ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ। क्या हम कथ किस कथ नहीं जानै प्रभ भावै तिवै बोलान। साध संगत की धूर एक मंगो जन नानक पियो सरान। गुण गोबिंद गायो नहीं जन्म अकारथ कीना। कहो नानक हर भज मना जेह बिद जल को मेना। बिख्या नस्यों काहे रचियो निमख न होए उदास। कहो नानक भज हर मना पर न जम की फास। तर ना पोयो ही गयो लियो जरा तन जीत। कहो नानक भज हर मना औद जात है बेत। अगम अगोचर सच साहिब मेरा। नानक बोले बुलाया तेरा। परम सत्कारयोग चबर तखत दे मालक साहिब सतगुरु धन श्री गुरु ग्रंथ साहब जी महाराज जी की पावन पवित्र गोद अंदर जुड़ बैठी मान सन्मान जो गुरु रूप साध संगत जी। जिस तरह के असी तुसी सारे ही भली भांत जानते हाँ कि धन धन साहिब श्री गुरु तेग बहादुर महाराज जी के 400 साला पावन प्रकाश दिहाड़े नूं समर्पित कल नूं आप जी समूह संगतां दे सहयोग नाल मेरे दीन दुनिया के मालक धन धन साहिब श्री गुरु ग्रंथ साहब महाराज की अपार कृपा सदका गुरु तेग बहादुर महाराज जी के उच्चारण किए पावन सलोकां की विचार प्रारंभ की सी। सो आओ साध संगत कल एक सत्कारयोग वीर जी का फोन आया सी कि भाई साहब जी पहले सलोक के विचार दोबारा थोड़ी जी रिपीट करके फिर अगले श्लोकां की विचार करन दी कृपालता करनी। सो आओ विचार की प्रारंभता करन तो पहले जिन्ने भी माई भाई गुरु दरबार के अंदर जुड़ बैठे हो
ਸਭ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਬਖਸ਼ੋ ਅਸੀਸ, ਤਾਂ ਕਿ ਕੁਝ ਕਹਿਣ ਦਾ ਹੀਲਾ ਕਰ ਸਕਾਂ ਜੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਸਾਧ ਸੰਗਤ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਇਹਨਾਂ ਪਾਵਨ ਸ਼ਲੋਕਾਂ ਦੀ ਤਰਤੀਬ ਵਾਈਜ਼ ਵਿਚਾਰ ਕਰਨ ਦਾ ਨਿਮਾਣਾ ਜਾਂ ਯਤਨ ਕਰਨਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਹਾਰਾਜ ਨੇ ਸ਼ਲੋਕਾਂ ਤੋਂ ਪਹਿਲਾਂ ਉਸ ਮਾਲਕ ਦਾ ਮੰਗਲਾ ਚਰਨ ਕੀਤਾ ਹੈ ਕਿ ਹੇ ਭਾਈ, ਉਹ ਪਰਮਾਤਮਾ ਇੱਕ ਹੀ ਤੇ ਸਭ ਕੁਝ ਕਰਨ ਵਾਲਾ ਉਹ ਇੱਕ ਹੈ। ਸੰਸਾਰ ਨੂੰ ਪੈਦਾ ਕਰਨ ਵਾਲਾ, ਸੰਸਾਰ ਦੀ ਪਾਲਣਾ ਕਰਨ ਵਾਲਾ ਤੇ ਸਮਾਂ ਪਾ ਕੇ ਸੰਸਾਰ ਨੂੰ ਸਮੇਟਣ ਵਾਲਾ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਹੈ। ਤਾਂ ਹੀ ਆਪਾਂ ਸੁਖਮਨੀ ਸਾਹਿਬ ਜੀ ਦੇ ਪਾਵਨ ਸ਼ਲੋਕਾਂ 'ਚ ਬਚਨ ਪੜ੍ਹਦੇ ਹਾਂ ਕਿ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨ, ਜਲ ਥਲ ਮਹੀਲ ਸੋਏ। ਪਰ ਉਹ ਇੱਕ ਪਰਮਾਤਮਾ ਜਿਹੜਾ ਨਾ, ਉਹ ਮਿਲਦਾ ਕਿਵੇਂ ਹੈ? ਮਹਾਰਾਜ ਕਹਿੰਦੇ ਸਾਡੇ ਯਤਨ ਕਰਕੇ ਨਹੀਂ, ਸਾਡੀ ਕੋਸ਼ਿਸ਼ ਕਰਕੇ ਨਹੀਂ, ਸਾਡੀ ਕਮਾਈ ਕਰਕੇ ਨਹੀਂ, ਉਹਦੀ ਜਦੋਂ ਵੀ ਪ੍ਰਾਪਤੀ ਹੋਈ ਹੈ ਉਹ ਗੁਰੂ ਦੀ ਕਿਰਪਾ ਸਦਕਾ ਹੋਈ ਹੈ। ਸਤਿਗੁਰ ਪ੍ਰਸਾਦ। ਉਹਦੀ ਪ੍ਰਾਪਤੀ, ਉਹਦੇ ਨਾਲ ਸੰਬੰਧ, ਉਹਦੇ ਨਾਲ ਸਾਂਝ ਬਣਨੀ ਗੁਰੂ ਦੀ ਕਿਰਪਾ ਸਦਕਾ। ਇਹ ਆਪਾਂ ਰੋਜ਼ ਜਦੋਂ ਗੁਰਦੁਆਰਾ ਸਾਹਿਬ ਆਉਂਦੇ ਹਾਂ ਨਾ, ਇਹ ਕਾਹਦੇ ਵਾਸਤੇ ਆਉਂਦੇ ਹਾਂ? ਕਿਤੇ ਮਾਲਕ ਕਿਰਪਾ ਕਰੇ, ਮਾਲਕ ਤਰਸ ਕਰੇ, ਰਹਿਮਤ ਦੇ ਘਰ ਵਿੱਚ ਆਏ, ਕਿਤੇ ਸਾਡੀ ਸਾਂਝ ਉਸ ਮਾਲਕ ਨਾਲ ਬਣ ਜਾਏ। ਇੱਕ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਪਾਵਨ ਬਚਨ ਵਾਰੰਵਾਰ ਤੁਹਾਡੇ ਸਾਹਮਣੇ ਰੱਖਣਾ ਹੁੰਦਾ। ਮਹਾਰਾਜ ਕਹਿਣ ਲੱਗੇ ਭਲਿਆ ਗੁਰਦੁਆਰੇ ਆਣਾ ਤੇ ਇੱਕ ਵਿਸ਼ਵਾਸ ਲੈ ਕੇ ਆਏ ਕਿ ਤਉ ਮੈਂ ਆਇਆ, ਸ਼ਰਣੀ ਆਇਆ, ਭਰੋਸੇ ਆਇਆ, ਕਿਰਪਾ ਆਇਆ। ਇਹ ਮਾਲਕਾ ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਐਵੇਂ ਨਹੀਂ ਆਇਆ, ਮੈਂ ਇੱਕ ਭਰੋਸਾ ਲੈ ਕੇ, ਇੱਕ ਯਕੀਨ ਲੈ ਕੇ ਆਇਆ ਕਿ ਤੂੰ ਮੇਰੇ ਤੇ ਜ਼ਰੂਰ ਕਿਰਪਾ ਕਰੇਗਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ 9ਵਾਂ। ਇਹ ਪਾਵਨ ਸ਼ਲੋਕ ਜਿਨ੍ਹਾਂ ਦੀ ਵਿਚਾਰ ਆਪਾਂ ਕਰਨੀ ਹੈ, ਇਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ। ਅਸੀਂ ਕਈ ਵਾਰੀ ਨਾ ਜਾਣੇ ਅਣਜਾਣੇ ਵਿੱਚ ਇੱਕ ਵਚਨ ਕਹਿ ਦਿੰਦੇ ਹਾਂ ਜੀ ਕਿ ਇਹ ਪਾਵਨ ਬਾਣੀ ਜਿਹੜੀ ਗੁਰੂ ਨਾਨਕ ਦੀ 9ਵੀਂ ਜੋਤ ਦੀ ਉਚਾਰਨ ਕੀਤੀ ਹੋਈ। ਕਈ ਵਾਰੀ ਬਹੁਤ ਵੱਡੀਆਂ ਗਲਤੀਆਂ ਆਪਾਂ ਜਾਣੇ ਅਣਜਾਣੇ ਵਿੱਚ ਕਰ ਜਾਂਦੇ ਹਾਂ। 9ਵੀਂ ਜੋਤ ਨਹੀਂ ਹੋ ਸਕਦੀ, 9ਵਾਂ ਸਰੂਪ ਹੋ ਸਕਦਾ ਹੈ, 9ਵਾਂ ਜਾਮਾ ਹੋ ਸਕਦਾ, ਲੇਕਿਨ ਜੋਤ 9ਵੀਂ ਨਹੀਂ। ਕਿਉਂਕਿ ਜੋਤ ਤੇ ਗੁਰੂ ਨਾਨਕ ਪਾਤਸ਼ਾਹ ਦੀ ਵਰਤ ਰਹੀ ਸੀ। ਮੈਂ ਆਪਣੇ ਕੋਲੋਂ ਕੋਈ ਬਚਨ ਨਹੀਂ ਕਹਿੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਕਹਿੰਦੀ ਜੋਤ ਓਹਾ ਜੁਗਤ ਸਾਏ, ਸਕਾਇਆ ਫੇਰ ਪਲਟੀ ਹੈ। ਜੋਤ ਵੀ ਗੁਰੂ ਨਾਨਕ ਦੀ ਚਲਦੀ ਆਈ ਤੇ ਜੁਗਤ ਵੀ ਉਹੀਓ ਚਲਦੀ ਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ। ਜੋ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਸੀ ਉਹੀਓ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਿਧਾਂਤ ਪਹੁੰਚਿਆ ਤੇ ਅੱਜ ਵੀ ਉਹੀਓ ਸਿਧਾਂਤ ਚੱਲ ਰਿਹਾ। ਨਾ ਜੋਤ ਵਿੱਚ ਕੋਈ ਫਰਕ ਹੈ ਤੇ ਨਾ ਜੁਗਤ ਵਿੱਚ ਕੋਈ ਫਰਕ ਹੈ। ਫਰਕ ਸੀ ਜੋਤ ਓਹਾ ਜੁਗਤ ਸਾਏ, ਸਕਾਇਆ ਫੇਰ ਪਲਟੀ ਹੈ। ਸਰੀਰ ਪਲਟ ਦੇਗੇ, ਬਦਲ ਦੇਗੇ, ਨਾ ਜੋਤ ਬਦਲੀ ਤੇ ਨਾ ਸਿਧਾਂਤ ਬਦਲਿਆ। ਭਾਈ ਗੁਰਦਾਸ ਨੇ ਵੀ ਇਸ ਗੱਲ ਤੇ ਮੋਹਰ ਲਾਈ ਜੀ। ਕਹਿਣ ਲੱਗੇ ਅਰਜਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ ਸਵਾਰੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਕਾਇਆ ਨੂੰ ਪਲਟਿਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਰੂਪ ਵਿੱਚ ਸੰਗਤਾਂ ਦੇ ਸਾਹਮਣੇ ਆ ਕੇ ਵਿਰਾਜਮਾਨ ਹੋ ਗਏ। ਇੱਥੇ ਇੱਕ ਛੋਟੀ ਜੀ ਸਾਖੀ ਮਿਲਦੀ ਪੜ੍ਹਨ ਨੂੰ, ਹੋਰ ਗੱਲ ਤੇ ਮੋਹਰ ਲੱਗ ਜਾਏ। ਇੱਕ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਭਾਈ ਜੂੜ ਜੀ ਬੈਠੇ ਸਨ ਤੇ ਪਿਆਰ ਵਿੱਚ ਆ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪੁੱਛਿਆ, ਆਖਿਆ ਮਾਲਕਾ ਤੁਸੀਂ ਤਾਂ ਸ਼ਸਤਰ ਚਲਾਉਂਦੇ ਹੋ, ਬੜੇ ਕਮਾਲ ਦੇ ਸ਼ਸਤਰ ਦੀ ਵਿਦਿਆ ਦੇ ਧਾਰਨੀ ਹੋ, ਪਰ ਤੁਸੀਂ ਸ਼ਸਤਰ ਪਹਿਨੇ ਕਿਉਂ ਨਹੀਂ? ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬੜਾ ਕਮਾਲ ਦਾ ਜਵਾਬ ਦਿੱਤਾ ਸੀ। ਕਹਿਣ ਲੱਗੇ ਭਾਈ ਜੂੜ ਜੀ ਸ਼ਸਤਰ ਜ਼ਰੂਰ ਪਹਿਨਾਂਗੇ, ਪਰ ਪਹਿਨਾਂਗੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਰੂਪ ਵਿੱਚ ਆ ਕੇ। ਇਹਦਾ ਮਤਲਬ ਜੋਤ ਉਹੀਓ ਸੀ। ਕਹਿਣ ਤੋਂ ਮੁਰਾਦ ਕਦੇ ਭੁੱਲ ਕੇ ਇਹ ਨਹੀਂ ਕਹਿਣਾ ਕਿ ਗੁਰੂ ਨਾਨਕ ਦੀ 5ਵੀਂ ਜੋਤ, ਗੁਰੂ ਨਾਨਕ ਦੀ 9ਵੀਂ ਜੋਤ, ਜੋਤ ਇੱਕੋ ਸੀ ਲੇਕਿਨ ਸਰੂਪ ਅਲੱਗ-ਅਲੱਗ ਹੁੰਦੇ ਗਏ, ਜਾਮੇ ਅਲੱਗ-ਅਲੱਗ ਧਾਰਨ ਕਰਨੇ ਪਏ, ਲੇਕਿਨ ਜੋਤ ਤਾਂ ਗੁਰੂ ਨਾਨਕ ਦੀ ਵਿਚਰਦੀ ਪਈ ਸੀ। ਸੋ ਪਹਿਲਾ ਸ਼ਲੋਕ ਜੋ ਕੱਲ ਆਪਾਂ ਥੋੜਾ ਜਿਹਾ ਵਿਚਾਰਿਆ ਸੀ
अज फिर एक पंछी झात मार के अगे तुरना, क्योंकि पहला बेनती की एक गुरसिख वीर वालों फोन आया सी कि भाई साहब दोबारा पहले सलोक की विचार संखेप जी करके अगे तुरे। धन गुरु तेग बहादुर पातशाह ने पहले सलोक में जीवन का मकसद दसिया जी। मर कह लगे भलिया तेरे जीवन का मकसद है उस परमात्मा के गुण गाने, तेरे जीवन का मनोरथ है उस परमात्मा की इबादत करनी। सतगुरु क्यों इन्ना जोर दे के ये गल कह रहे हो? तो बड़ा प्यारा वचन आप पढ़ते रहने हैं जी। मेरे सतगुर कह लगे भलिया दुनिया ते अगर कोई सब तो बड़ा पुण्य है ना तो वो इहो है कि असी उस मालिक के गुण गा सकीए। मारे कहते कल में इहो पुण्य गुण गोबिंद गाए। सब तो बड़ा पुण्य है संसार ते कि बैठ के उस मालिक के गुण गाने, केवल गुण ही नहीं गाने, उस परमात्मा के कीते हुए परोपकारां नूं चेते करना। यह है उसकी इबादत करनी कि मालिका मैं कुछ भी नहीं, अज जो कुछ भी मेरे को है ये सब कुछ तेरी कृपा सदका, तेरी बख्शिश सदका, मेरे जतन करके कुछ भी प्राप्त नहीं हो सकता। सो सतगुर कह लगे भलिया तेरे जीवन का मकसद है उस परमात्मा के गुण गाने, पर बद किस्मती तू संसार ते आके उस परमात्मा के गुण नहीं गाए तो तेरा जन्म जिहड़ा वो अकारथ ही चला गया। लो सलोक का नाल पाठ सुनियो, सिर्फ पंछी झात ताकि अगले सलोकां नाल जुड़ सकीए। मर कहते गुण गोबिंद गायो नहीं, जन्म अकारथ कीना। मारे ने पहले सलोक च झंझोड़िया, आख्या तेरे जीवन का मकसद की सी ते तू करना की पिया भलिया? तू वो गुण गाने छड्ड के ते होर ही गल्लां विच पै के अपना जीवन व्यर्थ ही गुआ लिया। गुण गोबिंद गायो नहीं, जन्म अकारथ कीन। ते कल भी बेनती की सी, जिग्यासू पुछदा है मालिका किवें गुण गाइए, किन्ना क समां उहदी इबादत करिए? तो महाराज ने अगे बड़ा कमाल का जवाब दिता जी। महाराज कहते कहो नानक हर भज मना, जे बिद जल को मीन। जिमें मच्छी पानी नाल प्यार करती है ना, जिमें मच्छी पानी तो बिना नहीं रह सकती, भलिया किते तेरे अंदर भी ये भावना बन जाए कि एक खिन जे विछड़े स्वामी जानो वर्ष 50। कि मालका एक छिन भी तू मैनू भुलना है तो मैनू इंज प्रतीत होंदा है जिवें 50 साल हो गए होवन तेरे तो टुटिया होया। इहो जी भावना बन जाए। गुरु अर्जन देव पातशाह कहते ना, एक घड़ी ना मिलते ता कलयुग होता, हुन कद मिलिया प्रैतुत भगवंता। एक घड़ी ना तू मिले मालका तो मेरे जीवन च कलयुग वापर जाता है। सो धन गुरु तेग बहादुर पातशाह ने पहले सलोक च यह ताड़ना की कि भलिया तेरे जीवन का मकसद उस परमात्मा के गुण गाने, पर तू ये काम छड्ड के होर कामां विच पै गया ते तेरा जीवन जिहड़ा व्यर्थ चला गया। आ तैनूं दस्सां किवें उहदे गुण गाने सी। जिवें मच्छी का पानी नाल प्यार हुंदा है, जिवें मच्छी पानी तो बिना नहीं रह सकती, मैं चाहना तू भी उस साईं की याद तो बिना किते एक पल भी ना रह सके। सो आओ सतगुरां ने अगे दूजे सलोक जिहड़ी रहमत की, सत्संग बड़े ध्यान के नाल सुनते जाओ। मर कहते कहानी ये वरती कि तू संसार ते आया ना, तेरे जीवन का मकसद सी गुण गाने। देखो पूरे सलोकां की विचार करनी है, पर विशा इहो रखियो गुण गोबिंद गायो नहीं। सचमुच पूरे सलोकां नूं पढ़ के वेखोगे तुहानूं ये गल समझ आएगी कि सलोकां का जिहड़ा सेंट्रल आइडिया जां इनू केंद्री भाव कह लो, वो पहला सलोक ही है। पूरे सलोक च सतगुरां ने मनुख नूं झंझोड़िया कि यह जीवन बड़ा कीमती है भलिया, ये जीवन बार बार मिलन वाला नहीं, देखी किते इनू अजाई ना गुआ दे। सो सतगुरां ने दूजे सलोक में एक गल आखी, मर कहते मनुख विचारा संसार ते आया, किन्नी इहदे ते मालक ने रहमत की जदों माता दी गर्भ विच सी ना, ते माता दी कोख दे विच भी इस साईं नूं याद करदा सी। तुसीं पावन वचन पढ़ते हो ना, मात गर्भ में आपन सिमरन दे तै तुम राखन हारे। माता की गर्भ विच भी यदि सुरती उस मालक के चरणों नाल जुड़ी सी, तां ही ये भयानक अग दे विच भी कितना लंबा समा बिता गया, क्योंकि सुरती करके। पर मारे कहते होया कि बस बाहर निकलनी देरी सी भलिया, तेरी वो सुरती टुट गई, वो लिव टुट गई, तेरे ते माया ने असर पा लिया। हुण माया केवल तां केवल ये 4 कौडियां नहीं साध संगत, जदों आपां रब्बी बाणी नूं पढ़ के वेखांगे ना, तो महाराज कहते संसार ते जिन्ना वरतारा है ना, ये सारा माया का ही है।
जिन्ना कुछ संसार ते माइक पदार्थ नज़र आते, विषय विकार नज़र आते, बुराइयां नज़र आंदियां, ये सारा कुछ माया का वरतारा है। मर कहते बदकिस्मती तेरी लिव टुटन की देरी सी, तेरा संसार ते पैर रखन की देरी सी, तो उस साई नूं भुल के बैठ गया जी। बड़ा प्यारा वचन तुसीं पढ़दे हो, लिव छुड़की लगी तृष्णा माया अमर वरताया। माया ने इहो जिहा वरतारा वरतिया कि सचमुच जिहड़ा एक खिन भी माता दी गर्भ विच रब नूं नहीं सी भुलदा, हुण एक खिन भर लई रब नूं याद नहीं करदा। लिव छुड़की लगी तृष्णा माया अमर वरताया। बस इहदे जन्म लैण दी देरी सी, संसार ते पैर रखण दी देरी सी। जिहड़ा एक खिन भी साईं दी याद तो बिना नहीं सी गुजारदा, अज एक खिन भर लई इह याद भी नहीं करदा पिया। सतगुरां ने श्लोकां च अगे अर्ज कीती, लो श्लोक लैके फिर विचार करने। मर कहंदे बिखयन स्यों काहे रचियो, निमख ना होए उदास। ओ भाई तो इन्ना कि इन्हां विषय विकारां विच गलतान हो गया, इन्ना कि इन्हां माइक पदार्थां विच खचत हो गया, तो एक निमख भर लई भी उदास नहीं होया। सत्संगत बड़े गहरे बोल जे, यकीन जानियो अंदर नूं बलूंदर के चले जाते। उदास होने दा भाव पता की, एकांत विच बैठना ते अपने आप नाल गल्लां करनियां मना। तू काहदे वास्ते संसार ते आया? तू एक निमक भर लई भी उदास नहीं होया, तू एक निमक भर लई भी चिंता नहीं कीती। तेरा जिंदगी का सारे का सारा समा विषय विकार भोगदियां निकलदा जांदा पिया, माया के प्रभाव हेठ ही बीतदा जा रहा है। तू एक निमक भर लई भी चिंता नहीं की। तू नहीं ख्याल किया कि मेरा ये मानस जन्म कितना अमोलक है, ये कौडियां के भाव विकदा जा रहा है। बड़ा प्यारा वचन आपां पढ़ते हैं। मर कहते रहन गवाई सोए कै, दिवस गवाया खाए, होया कि हीरे जैसा जन्म है कौडी बदला जाए। कहते कदे सोचिया ही नहीं, उस मालक ने तेरे ते किड्डा वड्डा परोपकार किया, हीरे वर्गा जन्म दिता, पर तू कौडियां के भाव बेच के रख दिता। एक निमक भर लई भी तू उदास नहीं हो सकिया, तू एक निमक भर लई भी चिंता नहीं की कि मैनूं ये जीवन किस वास्ते मिले। साध संगत इस श्लोक की व्याख्या ना गुरु अमरदास महाराज ने अपनी पावन बाणी आनंद साहब के अंदर कर दी। बड़े कमाल की तुसीं देखियो, किते मारे कहते किते एकांत विच बैठ ते उदास हो, चिंता कर ते एक गल पुछ, ए शरीरा मेरेया इस जग में आए क्या तुद कर्म कमाया। एक निमक ना होए उदास, एक निमक भर लई तेनों चिंता नहीं हुई कि यह जीवन मैनूं किस वास्ते मिलिया, ते तू विषय विकारां विच गलतान होके अपने जीवन दीयां अमोलक घड़ियां व्यर्थ ही गवा दित्तियां। मारे कहंदे ए शरीरा मेरेया इस जग में आए क्या तुद कर्म कमाया, के कर्म कमाया तुद शरीरा, जा तू जग में आया जिन हर तेरा रचन रचया, सो हर मन ना वसाया। पर जीवन की यात्रा सफल किवें होनी सी, गुर प्रसादी हर मन वसया, पूर्व लिखिया पाया, कह नानक ए शरीर परवान हुआ, जिन सतगुर स्यों चित लाया। जिन्होंने गुरु नाल चित जोड़ लिया उन्हां दी यात्रा सफल ही होगी। पर तू तो एक निमक भर लई भी उदास नहीं होए। तैनूं शरीर दिता सी, ये जीवन दिता सी उस रब की इबादत करने वास्ते। सासंग गौर नाल एक एक नुकता सुनते जाए। मैं दो पंक्तियां होर लैनियां ने। गुरु अमरदास महाराज कहते देख भलिया तैनूं एक तो जीवन दिता पूरा, इस शरीर नूं अखां दित्तियां काहदे वास्ते, किते तू ये अखां नूं प्रयोग करके गुरु कोल आके गुरु का दीदार कर सके। अखां दित्तियां कुछ चंगा देखण वास्ते। एक बार कथा करदियां बेनती कीती सी साध संगत, रब ने परोपकार करके सानू जीवन दिता है, हुण साडे ते डिपेंड करदा है असीं जीवन किहो जिहा जीना। रब ने सानू अखां दित्तियां देखण वास्ते, हुण साडे ते डिपेंड करदा है इन्हां अखां नाल वेखना की है। ये सानू साडे कंट्रोल च रख दिता सासंग, इन्हां अखां नाल चंगा वेखना जां इन्हां अखां नाल माड़ा वेखना। रब ने कन्न दिते सुनन वास्ते, हुण तेरे ते डिपेंड है कि कन्नां नाल चंगा सुनना जां माड़ा सुनना। रब ने जबान दित्ती, वो भलिया बोलण की शक्ति तेनों दे दी, हुण तेरे ते डिपेंड करदा कि इस जबान नाल चंगा बोलना कि माड़ा बोलना। धन गुरु अमरदास महाराज की पावन बाणी विच नाथ साहब के अंदर ही बचन कर दिते, महाराज ए रसना तू अन रस राच रही, तेरी प्यास न जाए, प्यास न जाए होर तकीता,
जेचर हर रस पल्ले न पाए। तेनों रसना दित्ती सी काहदे वास्ते? उस मालिक के गुण गान वास्ते, पर तू गुण गोबिंद गायो नहीं। देखो कोई श्लोक के विचार आप अगे करांगे ना, नाल बचन गुण गोबिंद गायो आना ही आना। मालिक ने तेनों रसना दित्ती सी कि तू परमात्मा के नाम का रस चख सकती, पर बद किस्मती तू ये रस ये रसना जी होर रसां विच मस्त कर ले। ये रसना तू अनरस राच रही, तेरी प्यास न जाए, प्यास न जाए होरत कीता जेचर हर रस पल्ले न पाए। तेनों अखां दित्तियां प्रीतम का दीदार करने वास्ते। एक एक बचन बाणी विच साध संगत केवल तां केवल श्लोक की व्याख्या करने वास्ते पूरे गुरु ग्रंथ साहिब महाराज की पावन बाणी साडी वाले कहता विखियन स्यों काहे रचियो निमक ना होए उदास। तो एक निमक भर लई भी उदास नहीं होया। तो होर कामां दी किन्नी चिंता करदा साध संगत, सवेर तो लैके शाम तक बंदे नूं चिंता खाई जाती, मेरा फलाना काम रह गया, मेरा ढिंगाना काम रह गया। तू ये चिंता क्यों नहीं करता कि मैनूं जीवन किस वास्ते मिलिया? तू ये सारे माइक पदार्थां विच खचत होके जीवन की यात्रा गुजार दे। मालिक कहते अखां दित्तियां तैनूं प्रीतम का दीदार करने वास्ते। ए नेत्रो मेरियो हर तुम में जोत धरी, हर बिन अवर न देखो कोई, हर बिन अवर न देखो कोई, नदरी हर निहाले। अखां दित्तियां तैनूं गुरु का दीदार करने वास्ते। जिथे साध संगत बाहरी तौर पर आपां गुरु का दीदार करने, जिन्होंने गुरमुखी आंदी है, पंजाबी आंदी, साध संगत जतन करो। कथा के नाल नाल हथ जोड़ के बेनती करांगा, अपने अपने जीवन च एक बार सहज पाठ जरूर करो। जिहड़े नहीं कर सकते चंगा पाठी बुला के एक बार सहज पाठ जरूर सुन लो। मालिक कहते अखां दित्तियां प्रीतम का दीदार करने वास्ते, पर तू किहड़े पासे तुर पिया? मैं अगे इहदा जवाब भी सतगुरां की पावन बाणी च आपां लवांगे। मालिक कहते कंन दित्ते तैनों उस प्रीतम की बाणी सुनने वास्ते। देखो पहला जवान तो कहानी शुरू की सी, अखां दित्तियां देखण वास्ते, कंन दित्ते सुनने वास्ते, पर तू किहड़े पासे तुर पिया? विखियन स्यों काहे रचियो, तो क्यों इन्हां विकारां विच खचत होके रह गया? मारे कहंदे ए सरवनो मेरिओ हर सच है सुनने नूं बिठायो। तैनूं तां सच सुनने वास्ते शरीर दे नाल लगाया सी, पर तेरा झूठ तू बगैर सरदा ही नहीं। अज कई लोग कहंदे झूठ ना बोलो तो काम नहीं चलता। तेरे जीवन का मकसद बन गया झूठ बोलना, तेरे जीवन का मकसद सी सच बोलना, सच सुनना, पर तू इन्हां चीज़ों नालों टुट के रह गया। साध संगत लो ये गुरु अमरदास महाराज के पावन बचन सन, गुरु अर्जन देव पातशाह के पावन बचन नाल ही रलते सुन लिओ जी। महाराज कहते तेरी कहानी की बन गई? तैनूं ये जीवन दिता सी उहदे गुण गान वास्ते, पर तू ये जीवन विषय विकारां विच गलतान करके रख दिता। विखियन स्यों काहे रखियो? सवाल किया अज गुरु तेग बहादुर पातशाह ने। अज साध संगत ते श्लोक सरवण करके ना मेरे समेत आपां घर जाके अपने आप नूं पुछना है। ये अपने आप वास्ते सवाल है। विखियन स्यों काहे रखियो निमक ना होए उदास। अपने आप नूं पुछना सी मना, तू एक निमक भर लई भी उदास नहीं होया? तू एक निमक भर लई भी चिंता नहीं की कि मैं जीवन में की करना पिया? तां ही तां भगत कबीर साहब ने कहा सी कि अपने कर्म की गत मैं क्या जानू बाबा रे। ये चिंता करनी सी कि मालका मैनू नहीं पता मैं किहो जे कर्म करना पिया, इन्हां कर्मां करके मैनू छुटकारा मिलेगा कि नहीं मिलेगा। मैं जल्दी ना बचन कह दियां गुरु अर्जन देव पातशाह का। मार कहते ये अखां जड़ियां सो गई साध संगत, बेकार भोग भोग के माड़ा चीज़ों को देख देख के साध संगत ये अखां जड़ियां सो गई, मस्त हो गई। जो श्लोक अज गल कही, कन जिहड़े ने चुगली निंदिया सुन सुन के ये मस्त हो गए। नैनो नींद पर दृष्ट विकार। देखो एक पासे गुरु अमरदास बारे दस दिता कि ये अखां कादे वास्ते दित्तियां ने, ते गुरु अर्जन देव पातशाह ने जवाब दे दिता। मार कहते नैनो नींद पर दृष्ट विकार, सरवन सोए सुन निंद विचार। कहते अखां पराया रूप देख देख के सुत्तियां सारी उम्र साध संगत, इन्होंने कुछ चजदा नहीं वेखिया। कन जिहड़े सौ गए ये पराई निंदिया चुगली सुन सुन के। तुसीं देखियो साध संगत, इन्हां श्लोकां की व्याख्या सुन के निराशा आवेगा, इन्हां बाणी की व्याख्या कीर्तन सुन के निराशा आंदा। कईयां दी आदत ऐसी बन गई हुंदी है कि जदों किसी की चुगली किसी की निंदिया होवे ना, उन्हां दे चेहरे ते वक्री रौनक आ जाती। एक रस है साध संगत, बंदा किन्ने चाअ नाल कई बारी सुनदा, आप ना करे पर सुनदा इन्ना रस हुंदा जी। तां मारे क्या सरवन सोए सुन निंद विचार, रसना सोई
ਲੋਭ ਮਿੱਠੇ ਸਾਧ। ਇਹ ਰਸਨਾ, ਇਹ ਜੀਵ ਜਿਹੜੀ ਮਿੱਠੇ ਸਵਾਦਾਂ ਵਿੱਚ ਖਚਤ ਹੋ ਕੇ ਰਹਿ ਗਈ। ਮਨ ਸੋਇਆ ਮਾਇਆ ਬਿਸਮਾਤ। ਇਹ ਮਨ ਜਿਹੜਾ ਇਹ ਮਾਇਆ ਦੇ ਨਸ਼ੇ ਵਿੱਚ ਸੌਂ ਕੇ ਰਹਿ ਗਿਆ। ਅੱਗੇ ਸਤਿਗੁਰਾਂ ਕਿੰਨਾ ਪਿਆਰਾ ਬਚਨ ਕਿਹਾ ਜੀ। ਮਰ ਕਹਿੰਦੇ ਇਸ ਗ੍ਰਹਿ में कोई जागत रहे। इस शरीर रूपी घर के अंदर ना कोई बिरला जागदा है। तां ही तो मेरे सतगुर क्या जागो जागो सुत्यो चलिया बंजारा। इस ग्रह में कोई जागत रहे साबत वस्त ओ अपनी लह। कोई बिरलियां रूहां ने ਜਿਹੜੀਆਂ ਇਹ ਜੀਵਨ ਪਾ ਕੇ ਜਾਗਦੀਆਂ ਰਹਿੰਦੀਆਂ ਨੇ, ਸੁਚੇਤ ਰਹਿੰਦੀਆਂ ਨੇ। नहीं तो यकीन जानियो मेरे सतगुर कहते मनुख सारे का सारा जीवन जिहड़ा ना ये विकारां विच ही मस्त होकर गुजार दिंदा। अज गुरु तेग बहादुर पातशाह ने पूछिया साध संगत, भागां वाले हो तुसीं कि साडे तुहाडे जीवन च गुरु तेग बहादुर महाराज का 400 साला प्रकाश दिहाड़ा आ रहा है। मैं कल भी साध संगत एक जगह कथा करदिया बेनती करदा पिया सन दशहरे ते, शायद कल भी कीती सी, इत्थे भी दोबारा बेनती करना। ਜਿਹੜੇ ਬਾਣੀ ਪੜ੍ਹ ਲੈਂਦੇ ਨੇ, ਗੁਰਮੁਖੀ ਪੜ੍ਹ ਲੈਂਦੇ ਨੇ, ਆਓ ਜਿਵੇਂ ਜਿਵੇਂ ਸਲੋਕਾਂ ਦੀ ਵਿਚਾਰ ਹੋਵੇ ਨਾ ਆਪਣੇ ਘਰ ਜਾ ਕੇ ਉਹ ਸਲੋਕ ਕੰਠ ਕਰਨੇ ਸ਼ੁਰੂ ਕਰਦੇ ਨੇ। ਦੇਖੋ ਜ਼ਿਆਦਾ ਨਹੀਂ, ਮੈਂ ਰਾਗੀ ਸਿੰਘਾਂ ਨੂੰ ਬੇਨਤੀ ਕੀਤੀ ਸੀ ਜਿਨ੍ਹਾਂ ਸਲੋਕਾਂ ਦੀ ਕਥਾ ਕਰਨੀ ਉਹਨਾਂ ਦਾ ਹੀ ਕੀਰਤਨ ਹੋਵੇ ਲਾਸਟ ਵਿੱਚ। ਸੇਮ ਉਸੇ ਤਰ੍ਹਾਂ ਕੱਲ੍ਹ ਦੇ ਕਰਦੇ ਪਏ ਨਾ। ਅੱਜ 3 ਸਲੋਕਾਂ ਦੀ ਵਿਚਾਰ ਕਰਨੀ, ਤਿੰਨਾਂ ਦਾ ਉਹਨਾਂ ਨੇ ਕੀਰਤਨ ਕੀਤਾ। ਥੋੜਾ ਜਿਹਾ ਉਦਮ ਕਰੀਏ ਸਾਧ ਸੰਗਤ। ਤੇ ਪਤਾ ਨਹੀਂ ਜੀਵਨ ਦੀ ਯਾਤਰਾ ਕਦੋਂ ਖਤਮ ਹੋ ਜਾਣੀ, ਕੋਈ ਪਤਾ ਨਹੀਂ। ਤੇ ਸੱਚ ਹੈ ਨਾ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੌਤ ਨਾ ਜਾਗੇ। ਕੋਈ ਪਤਾ ਨਹੀਂ ਘੜੀ ਦਾ ਜੀ। ਆਓ ਸਮਾਂ ਕੱਢ ਕੇ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਸਮੇਂ ਸਿਰ ਆਪਾਂ ਗੁਰਦੁਆਰਾ ਸਾਹਿਬ ਪਹੁੰਚੀਏ ਤਾਂ ਕਿ ਇਹਨਾਂ ਸਲੋਕਾਂ ਦੇ ਆਪਾਂ ਪਿਆਰ ਦੇ ਨਾਲ ਦਰਸ਼ਨ ਕਰੀਏ ਜੋ ਸਤਿਗੁਰਾਂ ਸਾਨੂੰ ਸਿੱਖਿਆਵਾਂ ਦਿੱਤੀਆਂ ਜੀ। ਮਰ ਕਹਿੰਦੇ ਵੇਖੇ ਅਨਸਿਓ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਇੱਥੇ ਹੋਏ ਨਹੀਂ ਕਹਿਣਾ, ਹੋਏ ਆ, ਕਿਉਂਕਿ ਅੱਗੇ ਹਾਰ ਨੂੰ ਸਿਹਾਰੀ ਲੱਗੀ ਆ, ਇੱਥੇ ਈੜੀ ਜਾਂ ਐੜਾ ਨਹੀਂ, ਹੋਏ ਉਦਾਸ। ਮਰ ਕਹਿੰਦੇ ਸਾਰੀ ਉਮਰ ਤੋਂ ਵਿਸ਼ਿਆਂ ਵਿੱਚ ਗਲਤਾਨ ਹੋ ਕੇ ਗੁਜ਼ਾਰ ਦਿੱਤੀ, ਇੱਕ ਨਿਮਕ ਭਰ ਲਈ ਉਦਾਸ ਹੋ ਕੇ ਅਰਦਾਸ ਨਹੀਂ ਕੀਤੀ। ਅਰਦਾਸ ਕਰਨੀ ਸੀ ਕਿ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ। ਪੰਜ ਵਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ। ਖੇਤ ਕਰੇ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ। ਇਹ ਅਰਦਾਸ ਕਰਦਾ ਮਤਾ ਮਾਲਕ ਤੇਰੀ ਅਰਦਾਸ ਸੁਣ ਲੈਂਦਾ। ਮਰ ਕਹਿੰਦੇ ਤੈਨੂੰ ਮੈਂ ਦਾਅਵੇ ਨਾਲ ਕਹਿਣਾ ਜੇ ਤੂੰ ਇੱਕ ਨਿਮਕ ਭਰ ਲਈ ਵੀ ਉਦਾਸ ਹੋ ਗਿਆ ਨਾ, ਉਦਾਸ ਹੋ ਕੇ ਉਸ ਦੀ ਇਬਾਦਤ ਕਰਨੀ ਸ਼ੁਰੂ ਕਰ ਦਿੱਤੀ, ਫਿਰ ਕੀ ਹੋਵੇਗਾ। ਕਹੋ ਨਾਨਕ ਭਜ ਹਰ ਮਨਾ ਪਰ ਨ ਜਮ ਕੇ ਪਾਸ। ਮਰ ਕਹਿੰਦੇ ਜੇ ਤੂੰ ਉਦਾਸ ਹੋ ਗਿਆ, ਤੈਨੂੰ ਸਮਝ ਆ ਗਈ ਮੇਰੇ ਜੀਵਨ ਦਾ ਮਕਸਦ ਹੈ ਉਸ ਮਾਲਕ ਦੀ ਇਬਾਦਤ ਕਰਨੀ। ਜੇ ਤੂੰ ਉਸ ਮਾਲਕ ਦੀ ਇਬਾਦਤ ਕਰਨੀ ਸ਼ੁਰੂ ਕਰ ਦਿੱਤੀ ਤਾਂ ਮੇਰੇ ਮਨਾ ਤੂੰ ਫਿਰ ਜਮਾਂ ਦੀ ਫਾਈ ਵਿੱਚ ਨਹੀਂ ਪਏਗਾ, ਤੈਨੂੰ ਜਮਾਂ ਦੀ ਮਾਰ ਨਹੀਂ ਪਏਗੀ, ਤੂੰ ਜਮਾਂ ਦੇ ਵਸ ਵਿੱਚ ਨਹੀਂ ਪਏਗਾ। ਤੂੰ ਸੱਚਮੁੱਚ ਗੁਰੂ ਤੈਨੂੰ ਬਾਂਹ ਪਕੜ ਕੇ ਸੰਸਾਰ ਸਾਗਰ ਤੂੰ ਪਾਰ ਕਰ ਦੇਵੇਗਾ। ਇਹ ਪਹਿਲੇ 4 ਸਲੋਕਾਂ 'ਚ ਸਤਿਗੁਰਾਂ ਨੇ ਟੋਟਲੀ ਤਾੜਨਾ ਕੀਤੀ ਜੀ, ਥੋੜ੍ਹਾ ਸ਼ਕਤੀ ਨਾਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਜੀ। ਲਓ ਤੀਸਰਾ ਸਲੋਕ ਸੁਣਿਓ ਜੀ। ਮਰ ਕਹਿੰਦੇ ਤੇਰੇ ਜੀਵਨ ਦਾ ਮਕਸਦ ਸੀ ਗੁਣ ਗਾਣੇ। ਗੱਲ ਫਿਰ ਉੱਥੋਂ ਹੀ ਸ਼ੁਰੂ ਕਰਨੀ। ਮਰ ਕਹਿੰਦੇ ਤੇਰੇ ਜੀਵਨ ਦਾ ਮਕਸਦ ਸੀ ਪਰਮਾਤਮਾ ਦੇ ਗੁਣ ਗਾਣੇ, ਪਰ ਹੋਇਆ ਕੀ। ਮਰ ਕਹਿੰਦੇ ਤਰਨਾ ਪੋਇਓ ਹੀ ਗਿਓ ਲਿਓ ਜਰਾ ਤਨ ਜੇਤਾ। ਤਰਨਾਪੋ ਕਹਿੰਦੇ ਨੇ ਜਵਾਨੀ ਨੂੰ। ਮਰ ਕਹਿੰਦੇ ਜਵਾਨੀ ਦਾ ਸਮਾਂ ਸੀ, ਤੂੰ ਸਭ ਕੁਝ ਕਰ ਸਕਦਾ ਸੀ, ਸੱਚਮੁੱਚ ਤੇਰੇ ਕੋਲ ਸ਼ਕਤੀ ਸੀ, ਤੂੰ ਸਮੇਂ ਸਿਰ ਉੱਠ ਕੇ ਗੁਰਦੁਆਰਾ ਸਾਹਿਬ ਆ ਸਕਦਾ ਸੀ, ਤੂੰ ਸਮੇਂ ਸਿਰ ਉੱਠ ਕੇ ਨਿਤਨੇਮ ਕਰ ਸਕਦਾ ਸੀ, ਤੂੰ ਸਮੇਂ ਸਿਰ ਭਲੇ ਕੰਮ ਕਰ ਸਕਦਾ ਸੀ। ਪਰ ਬਦਕਿਸਮਤੀ ਹੋਇਆ ਕਿ ਤਰਨਾਪੋ ਜਵਾਨੀ ਦਾ ਸਮਾਂ ਜਿਹੜਾ ਐਵੇਂ ਹੀ ਨਿਕਲ ਗਿਆ। ਤਰਨਾਪੋ ਇਉਂ ਹੀ ਗਿਓ। ਫਿਰ ਹੋਇਆ ਕਿ ਲਿਓ ਜਰਾ ਤਨ ਜੀਤ। ਜਰਾ ਕਹਿੰਦੇ ਨੇ ਬੁਢਾਪੇ ਨੂੰ। ਬੜੇ ਸੌਖੇ ਤਰੀਕੇ ਨਾਲ ਅਰਥ ਕਰਾਂਗਾ ਸਾਧ ਸੰਗਤ। ਮੈਨੂੰ ਲੱਗਦਾ ਕਿ ਸੱਚਮੁੱਚ ਸਾਨੂੰ ਸਲੋਕਾਂ ਦੇ ਅਰਥ ਯਾਦ ਹੋ ਜਾਣੇ ਚਾਹੀਦੇ ਨੇ, ਸਲੋਕ ਵੀ ਕੰਠ ਹੋ ਜਾਣ ਨਾਲ ਅਰਥ ਵੀ ਸਾਨੂੰ ਜ਼ੁਬਾਨੀ ਯਾਦ ਹੋ ਜਾਣ। ਮਰ ਕਹਿੰਦੇ ਦੇਖ ਭਲਿਆ ਜਵਾਨੀ ਦਾ ਸਮਾਂ ਤੇਰਾ ਵਿਸ਼ੇ ਵਿਕਾਰਾਂ ਨੂੰ ਭੋਗਦਿਆਂ ਨਿਕਲ ਗਿਆ ਤੇ ਹੁਣ ਹੋਇਆ ਕਿ ਹੁਣ ਜਵਾਨੀ ਬੁਢਾਪੇ ਨੇ ਆ ਕੇ ਤੇਰੇ ਤੇ ਜਿੱਤ ਪਾ ਲਈ। ਬੰਦਾ ਕਦੀ ਹਾਰਦਾ ਸਾਧ ਸੰਗਤ। ਜਵਾਨੀ ਵਿੱਚ ਤੇ ਬੰਦਾ ਛਾਤੀ ਨਾਲ ਕੰਧਾਂ ਢਾਂਦਾ ਹੈ, ਕਹਿੰਦਾ ਮੇਰੇ ਅੱਗੇ ਕੋਈ ਨਹੀਂ ਟਿਕ ਸਕਦਾ। ਪਰ ਇੱਕ ਸਮਾਂ ਆਉਂਦਾ ਇਹ ਜਵਾਨੀ ਨੂੰ ਬੁਢਾਪਾ ਹਰਾ ਜਾਂਦਾ ਹੈ। ਆਸਾ ਕੀ ਵਾਰ ਦੇ ਅੰਦਰ ਇੱਕ ਬਚਨ ਆਉਂਦਾ। ਮਰ ਕਹਿੰਦੇ ਜਰ ਆਈ ਜੋਬਨ ਹਾਰਿਆ। ਕਹਿੰਦੇ ਬੁਢਾਪਾ ਆਇਆ
ਜੋਬਨ ਹਾਰ ਗਿਆ। ਸਾਧ ਸੰਗਤ ਯਕੀਨ ਜਾਣੇ ਹੁਣ ਵਿਚਾਰਾ ਕੁਝ ਨਹੀਂ ਕਰ ਪਾਉਂਦਾ ਜੀ। ਤਾਂ ਸਿਆਣੇ ਕਹਿੰਦੇ ਸਨ ਬਚਪਨ ਨੂੰ ਖਾ ਲਿਆ ਜਵਾਨੀ ਨੇ, ਜਵਾਨੀ ਨੂੰ ਖਾ ਲਿਆ ਬੁਢਾਪੇ ਨੇ, ਤੇ ਬੁਢਾਪੇ ਨੂੰ ਖਾ ਲਿਆ ਮੌਤ ਨੇ। ਕਹਾਣੀ ਖਤਮ ਹੋ ਗਈ। ਭਲਿਆ ਜਾਗ, ਇਹ ਜੀਵਨ ਬਾਰ-ਬਾਰ ਥੋੜੀ ਮਿਲਣਾ। ਮਰ ਕਹਿੰਦੇ ਭਲਿਆ ਦੇਖ ਤੇਰਾ ਜਵਾਨੀ ਦਾ ਸਮਾਂ ਐਵੇਂ ਹੀ ਨਿਕਲ ਗਿਆ, ਤੇ ਬੁਢਾਪੇ ਨੇ ਆ ਕੇ ਹੁਣ ਜਿੱਤ ਪਾ ਲਈ ਹੈ। ਹੁਣ ਬੁਢਾਪੇ ਨੇ ਆ ਕੇ ਆਪਣਾ ਕਬਜ਼ਾ ਕਰ ਲਿਆ। ਇੱਕ ਬੜਾ ਪਿਆਰਾ ਬਚਨ ਜੀ ਭਗਤ ਕਬੀਰ ਸਾਹਿਬ ਦਾ ਸਾਹਮਣੇ ਆਂਦਾ। ਭਗਤ ਕਬੀਰ ਸਾਹਿਬ ਕਹਿੰਦੇ ਭਲਿਆ ਪਤਾ ਕਦੋਂ ਨਾਮ ਜਪਣਾ? ਕਈ ਲੋਕ ਪੁੱਛਦੇ ਆ ਜੀਵਨ ਦੇ ਕਿਹੜੇ ਸਮੇਂ 'ਚ ਨਾਮ ਜਪੀਏ। ਮਰ ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਜਦੋਂ ਤੱਕ ਤੇਰੇ ਤੇ ਬੁਢਾਪਾ ਸਵਾਰ ਨਹੀਂ ਨਾ ਹੁੰਦਾ, ਬੁਢਾਪੇ ਦੇ ਆਉਣ ਤੋਂ ਪਹਿਲਾਂ ਆਪਣੀ ਤਿਆਰੀ ਕਰ ਲੈ। ਦੇਖੋ ਕੋਈ ਵੀ ਕੰਮ ਕਰਨ ਵਾਸਤੇ ਤਿਆਰੀ ਚਾਹੀਦੀ ਹੈ ਨਾ, ਆਪਾਂ ਤਿਆਰੀ ਕਰਦੇ ਨਹੀਂ। ਤਾਂ ਹੀ ਮੇਰੇ ਸਤਿਗੁਰ ਕਹਿੰਦੇ ਇੱਕ ਨਿਮਖ ਨਾ ਹੋਏ ਉਦਾਸ, ਦੂਜੇ ਸ਼ਲੋਕ 'ਚ ਗੱਲ ਆਖੀ ਸੀ। ਮਰ ਕਹਿੰਦੇ ਪਹਿਲੀ ਤਿਆਰੀ ਕਰ ਲੈਂਦਾ। ਭਗਤ ਕਬੀਰ ਸਾਹਿਬ ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ। ਉਹ ਸਮਾਂ ਆਉਣ ਤੋਂ ਪਹਿਲਾਂ ਉਹਦੀ ਇਬਾਦਤ ਵਿੱਚ ਜੁੜ ਜਾ। ਪਰ ਹੋਇਆ ਕਿ ਜਵਾਨੀ ਦਾ ਸਮਾਂ ਐਵੇਂ ਨਿਕਲ ਗਿਆ ਤੇ ਲਿਓ ਜਰਾ ਤਨ ਜੀਤ। ਹੁਣ ਬੁਢਾਪੇ ਨੇ ਆ ਕੇ ਤੇ ਜਿੱਤ ਪਾ ਲਈ। ਸਾਧ ਸੰਗਤ ਹੁਣ ਬੰਦਾ ਕੁਝ ਕਰਨਾ ਚਾਹੁੰਦਾ ਪਰ ਹੁੰਦਾ ਨਹੀਂ। ਹੋਇਆ ਕੀ ਫਿਰ? ਨਾਲ ਹੀ ਪੰਕਤੀ 'ਚ ਜਵਾਬ ਦਿੱਤਾ ਜੀ। ਮਰ ਕਹਿੰਦੇ ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੇਤ। ਇਹ ਮੇਰੇ ਮਨ ਜਿਵੇਂ ਬਚਪਨ ਨਿਕਲ ਗਿਆ, ਠੀਕ ਉਸੇ ਤਰ੍ਹਾਂ ਜਵਾਨੀ ਨਿਕਲ ਗਈ। ਜਿਵੇਂ ਜਵਾਨੀ ਨਿਕਲ ਗਈ, ਹੁਣ ਸਮਾਂ ਆ ਗਿਆ ਬੁਢਾਪੇ ਨੇ ਜਿੱਤ ਪਾਈ, ਤੇ ਬੁਢਾਪੇ ਨੇ ਵੀ ਇੱਕ ਦਿਨ ਨਿਕਲ ਜਾਣਾ। ਇਹ ਜੀਵਨ ਦੀ ਯਾਤਰਾ ਇਸੇ ਤਰ੍ਹਾਂ ਖਤਮ ਹੋ ਗਈ। ਔਦ ਜਾਤ ਹੈ ਬੀਤ, ਤੇਰੇ ਜੀਵਨ ਦੀ ਆਰਵਲਾ ਜਿਹੜੀ ਹੈ ਨਾ, ਇਹ ਖਤਮ ਹੁੰਦੀ ਜਾ ਰਹੀ। ਔਰ ਉਹ ਸੋਹਿਲਾ ਸਾਹਿਬ ਦੀ ਪਾਵਨ ਬਾਣੀ 'ਚ ਤੁਸੀਂ ਬਚਨ ਪੜ੍ਹਦੇ ਹੋ ਜੀ। ਔਦ ਘਟੈ ਦਿਨ ਸਰਹ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਇਹ ਮੇਰੇ ਮਨ ਗੁਰੂ ਨੂੰ ਮਿਲ। ਤੇਰੀ ਉਮਰ ਜਿਹੜੀ ਆ ਦਿਨ ਰਾਤ ਕਰਕੇ ਗੁਜ਼ਰਦੀ ਜਾ ਰਹੀ ਹੈ, ਤੇ ਮੇਰੇ ਮਨਾ ਗੁਰੂ ਨਾਲ ਜੁੜ ਕੇ ਆਪਣੇ ਜੀਵਨ ਦੇ ਕਾਰਜ ਨੂੰ ਸਵਾਰਨਾ ਕਰ ਦੇ। ਕਾਰਜ ਕਿਹੜਾ? ਉਹੀ ਜਿਹੜੀ ਸ਼ਲੋਕਾਂ ਦੀ ਰਮਤਾ ਤੇ ਗੱਲ ਕੀਤੀ, ਗੁਣ ਗੋਬਿੰਦ ਗਾਇਓ ਨੇ। ਤੇਰੇ ਜੀਵਨ ਦਾ ਮਕਸਦ ਸੀ ਉਸ ਪ੍ਰੀਤਮ ਦੇ ਗੁਣ ਗਾਣੇ, ਉਸ ਮਾਲਕ ਦੀ ਇਬਾਦਤ ਕਰਨੀ। ਇਸ ਕਾਰਜ ਨੂੰ ਤੂੰ ਸਫਲ ਕਰਨ ਵਾਸਤੇ ਸੰਸਾਰ ਤੇ ਆਇਆ, ਪਰ ਤੂੰ ਕੀਤਾ ਨਹੀਂ। ਭਗਤ ਕਬੀਰ ਸਾਹਿਬ ਕਹਿੰਦੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ, ਜੋ ਕਹੋ ਕਵਨ ਵਿਦ ਕੀਜੈ। ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤਵੰਤਾ, ਕਹੋ ਕੋ ਹੈ ਕਾਕਾ। ਤੇਰਾ ਸਮਾਂ ਨਿਕਲ ਗਿਆ ਜੀ। ਦਿਨ ਤੇ ਪੈਰ, ਪਹਿਰ ਤੇ ਘੜੀਆਂ ਕਰ ਕਰਕੇ ਇਹ ਜੀਵਨ ਦੀ ਯਾਤਰਾ ਖਤਮ ਹੋ ਗਈ। ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਹਿਣਾ ਪੈ ਗਿਆ ਕਿ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜੋ ਪਾਣੀ। ਦੁਬਾਰਾ ਬੇਨਤੀ ਕਰ ਲਗਾ, ਕੋਈ ਜ਼ਿਆਦਾ ਸਮਾਂ ਨਹੀਂ, ਕਿਉਂਕਿ ਇਹ ਲੰਬੀ ਕਥਾ ਚੱਲਣੀ ਹੈ। ਸਿਰਫ ਅੱਧਾ ਘੰਟਾ ਸਾਧ ਸੰਗਤ, ਕੋਈ 32-33 ਮਿੰਟ ਰੋਜ਼ ਇਹ ਕਥਾ ਹੋਣੀ ਹੈ। ਸੋ ਸਮੂਹ ਸੰਗਤਾਂ ਨੂੰ ਬੇਨਤੀ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ। ਆਓ ਸਾਰੇ, ਜਿਵੇਂ ਪਹਿਲਾਂ ਬੇਨਤੀ ਕੀਤੀ, ਸ਼ਲੋਕਾਂ ਦਾ ਜਿਹੜਾ ਕੇਂਦਰੀ ਭਾਵ ਹੈ ਨਾ, ਸੈਂਟਰਲ ਆਈਡੀਆ, ਉਹ ਪਹਿਲਾ ਸ਼ਲੋਕ ਹੈ ਜੀ, ਗੁਣ ਗੋਬਿੰਦ ਗਾਇਓ ਨਹੀਂ। ਆਪਾਂ ਜਿੱਥੇ ਵਿਚਾਰ ਸਰਵਣ ਕਰਨੀ, ਮੈਂ ਰਾਗੀ ਸਿੰਘਾਂ ਨੂੰ ਵੀ ਬੇਨਤੀ ਕੀਤੀ ਸੀ, ਉਹਨਾਂ ਨੇ ਬੇਨਤੀ ਨੂੰ ਪ੍ਰਵਾਨ ਕਰਕੇ ਕਿ ਜਿਨ੍ਹਾਂ ਸ਼ਲੋਕਾਂ ਦੀ ਕਥਾ ਹੋਣੀ ਉਹਨਾਂ ਦਾ ਪਹਿਲਾਂ ਕੀਰਤਨ। ਔਰ ਠੀਕ ਭਾਈ ਸਾਹਿਬ ਵਰਾਂ ਨੇ ਉਹਨਾਂ ਤਿੰਨੇ ਸ਼ਲੋਕਾਂ ਦਾ ਪਹਿਲਾਂ ਕੀਰਤਨ ਸਾਡੀ ਝੋਲੀ 'ਚ ਪਾਇਆ, ਤਾਂ ਕਿ ਸ਼ਲੋਕਾਂ ਦਾ ਅਭਿਆਸ ਹੋ ਜਾਏ। ਦੂਸਰੀ ਵਾਰ ਬੇਨਤੀ ਕਰਨ ਲੱਗਾ, ਇਹ 400 ਸਾਲਾਂ ਤੇ ਆਓ ਇੱਕ ਛੋਟੀ ਜਿਹੀ ਭੇਟਾ ਗੁਰੂ ਨੂੰ ਦੇ ਦਈਏ। ਯਕੀਨ ਜਾਣੋ ਅੰਦਰ ਭਾਵਨਾ ਜਾਗਦੀ ਹੈ ਕਿ ਮਾਲਕਾ ਅਸੀਂ ਗਰੀਬੜੇ ਤੈਨੂੰ ਕੀ ਦੇ ਸਕਨੇ ਹਾਂ। ਇਹ 57 ਸ਼ਲੋਕ ਨੇ, ਜਿਵੇਂ 2-2 ਸ਼ਲੋਕਾਂ ਦੀ ਕਥਾ ਹੋਇਆ ਕਰੇਗੀ। ਮੇਰੇ ਵਾਸਤੇ ਵੀ ਅਰਦਾਸ ਕਰਿਓ, ਮੈਂ ਘਰ ਜਾ ਕੇ ਇਹਨਾਂ 2 ਸ਼ਲੋਕਾਂ ਦਾ ਅਭਿਆਸ ਕਰਾਂ, ਜ਼ੁਬਾਨੀ ਕੰਠ ਕਰਾਂ। ਸਾਧ ਸੰਗਤ ਮੈਂ ਇਸ ਵਾਰ ਇਸ ਗੱਲ ਤੇ ਬਹੁਤ ਜ਼ੋਰ ਦੇਣਾ ਪਿਆ, ਕਿਉਂਕਿ ਅਸੀਂ ਅਭਿਆਸ ਕਰਨਾ ਛੱਡ ਦਿੱਤਾ, ਅਸੀਂ ਬਾਣੀ ਨੂੰ ਕੰਠ ਕਰਨਾ ਛੱਡ ਦਿੱਤਾ। ਆਓ ਬੇਨਤੀ ਸਾਧ ਸੰਗਤ, ਜਦੋਂ ਇਹ 57 ਸ਼ਲੋਕ ਸਾਨੂੰ ਕੰਠ ਹੋ ਜਾਣ, ਯਾਦ ਹੋ ਜਾਣ, ਤੇ ਗੁਰੂ ਕੋਲ ਆ ਕੇ ਫਿਰ ਅਰਦਾਸ ਕਰਾਂਗੇ, ਮਾਲਕਾ ਅਸੀਂ ਗਰੀਬ ਤੈਨੂੰ ਕੀ ਦੇ ਸਕਨੇ, ਕਿਉਂਕਿ ਸਭ ਕੁਝ ਤੇਰਾ ਦਿੱਤਾ ਹੋਇਆ ਹੈ। ਜੋ ਕੁਝ ਆਪਾਂ ਖਾ ਰਹੇ ਹਾਂ ਕਿਹਦਾ ਦਿੱਤਾ? ਤੂੰ ਦਾਤਾ ਦਾਤਾਰ, ਦੇਰ ਤੇਰਾ ਦਿੱਤਾ ਖਾਵਨਾ, ਸਭ ਕੁਝ ਤੇਰਾ ਖਾ ਰਿਹਾ। ਮੈਂ ਤੈਨੂੰ ਕੀ ਦੇ ਸਕਣਾ ਮਾਲਕਾ? ਲੈ ਇਹ ਗਰੀਬ ਦੀ ਇੱਕ ਛੋਟੀ ਜਿਹੀ ਭੇਟਾ ਪ੍ਰਵਾਨ ਕਰ, ਕਿਉਂਕਿ ਮੇਰਾ ਗੁਰੂ ਮੰਗਦਾ ਹੀ ਇਹ ਹੈ। ਰੋਜ਼ ਜਪਜੀ ਸਾਹਿਬ ਦੀ ਪਾਵਨ ਬਾਣੀ 'ਚ ਬਚਨ ਪੜ੍ਹਦੇ ਹੋ, ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ,
ਮੋਹੋਂ ਕੇ ਬੋਲਣ ਬੋਲੀਐ, ਜਿਤ ਸੁਨ ਤਰੇ ਪਿਆਰ, ਤੇ ਮੰਗਦਾ ਕੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜੇ ਕਰੋੜਾਂ ਰੁਪਿਆਂ ਨਾਲ ਗੁਰੂ ਖੁਸ਼ ਹੋ ਜਾਂਦਾ, ਫਿਰ ਕਰੋੜਪਤੀਆਂ ਨੂੰ ਤੇ ਕੋਈ ਔਖਾ ਕੰਮ ਹੈ ਹੀ ਨਹੀਂ ਸੀ। ਉਹ ਤੇ ਕਰੋੜਾਂ ਰੁਪਏ ਦੇ ਕੇ ਗੁਰੂ ਨੂੰ ਖੁਸ਼ ਕਰ ਲੈਂਦੇ, ਗਰੀਬ ਵਿਚਾਰਾ ਤਰਸਦਾ ਹੀ ਰਹਿ ਜਾਂਦਾ। ਪਰ ਗੁਰੂ ਕਹਿੰਦਾ ਨਾ, ਮੇਰੇ ਕੋਲ ਤੇ ਕੋਈ ਕੌਡੀ ਆ ਕੇ ਭੇਟਾ ਰੱਖੇ, ਕੋਈ ਖਾਲੀ ਆ ਜਾਏ, ਮੈਂ ਉਹਦੀ ਝੋਲੀ ਵੀ ਖਾਲੀ ਨਹੀਂ ਜਾਣ ਦੇਣੀ। ਗੁਰੂ ਦਾ ਇਹੋ ਜਿਹਾ ਵਿਰਦ ਹੈ ਨਾ, ਕਿਉਂਕਿ ਗੁਰੂ ਤੇ ਗਰੀਬ ਨਿਵਾਜ ਹੈ, ਉਹ ਗਰੀਬਾਂ ਨੂੰ ਨਿਵਾਜਣ ਵਾਲਾ। ਅੰਦਰੀ ਗਰੀਬੀ ਪੈਦਾ ਕਰਕੇ ਆਈਏ, ਅੰਦਰੋਂ ਨਿਮਰਤਾ ਨਾਲ ਗੁਰੂ ਕੋਲ ਆਈਏ, ਮਤਾ ਕਿਤੇ ਗੁਰੂ ਟੁੱਟ ਕੇ ਸਾਡੀ ਝੋਲੀ ਵਿੱਚ ਖੈਰ ਪਾ ਦੇ। ਨਾਲ ਬਚਨ ਕਰਾਂ, ਦੇਖੋ ਕਿੰਨੇ ਖੁਸ਼ਕਿਸਮਤਾਂ ਸਾਧ ਸੰਗਤ। ਤੁਹਾਨੂੰ ਯਾਦ ਹੋਵੇਗਾ 1699 ਚ ਸਾਡੇ ਜੀਵਨ ਚ 300 ਸਾਲਾ ਸਾਜਣਾ, ਖਾਲਸੇ ਦਾ ਸਾਜਣਾ ਦਿਵਸ ਆਇਆ। ਕਿੰਨੇ ਖੁਸ਼ਕਿਸਮਤਾਂ। ਪਰ ਐਵੇਂ ਖੁਸ਼ੀਆਂ ਮਨਾ ਕੇ ਸਮਾਂ ਨਿਕਲ ਗਿਆ। ਦੇਖਣਾ ਸੀ ਨਿਮਕ ਭਰ ਲਈ, ਉਦਾਸ ਹੋਣਾ ਸੀ। ਆਪਾਂ ਇਹਨਾਂ ਸ਼ਤਾਬਦੀਆਂ ਤੋਂ ਕੁਝ ਸਿੱਖਿਆ। 2004 ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 400 ਸਾਲਾ ਪਹਿਲਾ ਪ੍ਰਕਾਸ਼ ਦਿਹਾੜਾ ਆਇਆ। ਖੁਸ਼ੀਆਂ ਨਾਲ ਨਿਕਲਿਆ, ਮਨਾਉਣੀਆਂ ਖੁਸ਼ੀਆਂ, ਪਰ ਸੇਧ ਲੈਣੀ ਸੀ ਕਿ ਜੀਵਨ 'ਚ ਪਰਿਵਰਤਨ ਆ ਜਾਂਦਾ। 2008 ਵਿੱਚ ਗੁਰਤਾ ਗੱਦੀ ਦੇ 300 ਸਾਲ ਪੂਰੇ ਹੋਏ, ਮਨਾਇਆ ਖੁਸ਼ੀਆਂ ਨਾਲ ਪੰਥ ਨੇ, ਪਰ ਜੀਵਨ 'ਚ ਪਰਿਵਰਤਨ। ਦੱਸ ਬੇਨਤੀ ਕਰਦਾ ਪਿਆ ਸੀ, ਜੇ ਅੱਜ ਤੋਂ 20 ਸਾਲ ਪਹਿਲਾਂ ਬੰਦਾ ਝੂਠ ਬੋਲਦਾ ਹੋਵੇ ਤੇ ਅੱਜ ਵੀ ਆਪਾਂ ਝੂਠ ਬੋਲਦੇ ਹੋਈਏ, ਤੇ ਫਿਰ ਫਰਕ ਨਹੀਂ ਨਾ ਕੋਈ ਆਇਆ। ਅੱਜ ਤੋਂ 20 ਸਾਲ ਪਹਿਲਾਂ ਬੰਦਾ ਨਸ਼ੇ ਕਰਦਾ ਹੋਵੇ, ਇਹ ਸ਼ਤਾਬਦੀਆਂ ਕਰਕੇ ਨਸ਼ੇ ਵੀ ਨਾ ਛੱਡ ਪਾਇਆ ਹੋਵੇ, ਫਿਰ ਫਾਇਦਾ ਕੀ ਹੋਇਆ ਸਾਹਿਬ। ਮਤਲਬ ਫਰਕ ਆਉਣਾ ਚਾਹੀਦਾ ਸੀ ਸ਼ਤਾਬਦੀਆਂ 'ਚ। ਜਦੋਂ ਖੁਸ਼ੀ ਮਨਾਉਂਦੇ ਆ ਨਾ, ਤੇ ਨਾਲ ਝੋਲੀ ਅਡਣੀ ਸੀ ਗੁਰੂ ਦੇ ਚਰਨਾਂ ਵਿੱਚ, ਮਾਲਕਾ ਪਾ ਦੇ ਝੋਲੀ 'ਚ ਖੈਰ, ਕਿਤੇ ਮੇਰੇ ਜੀਵਨ 'ਚ ਪਰਿਵਰਤਨ ਆ ਜਾਏ। ਇੱਥੇ ਬਸ ਨਹੀਂ, ਹੁਣੇ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਮਨਾਇਆ। ਜੀਵਨ 'ਚ ਤੇ ਇੱਕ ਵੱਖਰੀ ਰੌਣਕ ਆ ਜਾਣੀ ਚਾਹੀਦੀ। ਤੇ ਹੁਣ ਕਿੰਨੇ ਖੁਸ਼ਕਿਸਮਤਾਂ ਸਾਧ ਸੰਗਤ ਜੀ। ਆਪਣੇ ਆਪ ਨੂੰ ਵਡਭਾਗੀ ਸਮਝਿਓ, ਆਪਣੇ ਆਪ ਤੇ ਫਖਰ ਮਹਿਸੂਸ ਕਰਿਓ ਕਿ ਸਾਡੀ ਜ਼ਿੰਦਗੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਆ ਰਿਹਾ। ਜਿੱਥੇ ਹੋਰ ਗੱਲਾਂ ਕਰਕੇ ਖੁਸ਼ ਹੁੰਦੇ ਹਨ, ਇਸ ਗੱਲ ਤੋਂ ਵੀ ਖੁਸ਼ ਹੋਈਏ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਾਵਨ ਬਾਣੀ ਦੀ ਸਾਨੂੰ ਵਿਚਾਰ ਸਰਵਨ ਕਰਨ ਨੂੰ ਮਿਲਦੀ ਪਈ ਹੈ। ਸਤਿਗੁਰਾਂ ਸਾਨੂੰ ਤੰਦਰੁਸਤੀ ਦਿੱਤੀ, ਇਹ ਵੀ ਇੱਕ ਸ਼ੁਕਰ ਕਰਨ ਵਾਲੀ ਗੱਲ ਹੈ। ਮਰਕਨ ਦੇ ਜੇ ਪ੍ਰਸਾਦ ਆਰੋਗ ਕੰਚਨ ਦੇ ਹੀ ਲਿਵ ਲਾਵੋ, ਤਿਸ ਰਾਮ ਸਨੇਹੀ। ਚਲੋ ਮਨ ਕਰਦਾ ਪਿਆ ਸਾਧ ਸੰਗਤ ਕਿ ਆਓ ਪਹਿਲਾ ਸ਼ਲੋਕ ਆਪਾਂ ਰਲ ਕੇ ਪੜ੍ਹ ਲਈਏ, ਸਾਡੇ ਸਾਰਿਆਂ ਦੀ ਘੜੀ ਜਿਹੜੀ ਹੈ ਉਹ ਸਫਲੀ ਹੋ ਜਾਏ ਸਾਧ ਸੰਗਤ ਜੀ। ਜੇ ਬਿਦ ਜਲ ਕੋ ਮੀਨ, ਜੇ ਬਿਦ ਜਲ ਕੋ ਮੀਨ, ਗੁਣ ਗੋਬਿੰਦ ਗਾਇਓ ਨਹੀਂ, ਗੁਣ ਗੋਬਿੰਦ ਗਾਇਓ ਨਹੀਂ। ਜਨਮ ਅਕਾਰਤ ਕੀਨ, ਜਨਮ ਅਕਾਰਤ ਕੀਨ, ਕਹੋ ਨਾਨਕ ਹਰ ਭਜ ਮਨਾ, ਕਹੋ ਨਾਨਕ ਹਰ ਭਜ ਮਨਾ। ਵਾਹ। ਜਿਹ ਬਿਦ ਜਲ ਕੋ ਮੀਨ, ਜਿਹ ਬਿਦ ਜਲ ਕੋ ਮੀਨ। ਵਾਹ ਵਾਹ। ਜੇ ਬਿਦ ਜਲ ਕੋ ਮੀਨ, ਜੇ ਬਿਦ ਜਲ ਕੋ ਮੀਨ। ਕੋਟਾਨਪੁਰ ਸ਼ੁਕਰ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਜੀ ਸਮੂਹ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਇਹ ਪ੍ਰੋਗਰਾਮ ਉਲੀਕਿਆ ਹੈ। ਆਓ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੀਏ, ਆਪਾਂ ਇਹਨਾਂ ਦੀਵਾਨਾਂ ਤੋਂ ਕੋਈ ਸਿੱਖਿਆ ਲੈ ਸਕੀਏ। ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥੇ ਦਾ ਵੀ ਬਹੁਤ ਬਹੁਤ ਧੰਨਵਾਦ। ਜਿਵੇਂ ਦਾਸ ਬੇਨਤੀ ਕਰਦਾ ਹੈ, ਪਿਆਰ ਨਾਲ ਪ੍ਰਵਾਨ ਕਰਦੇ ਨੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਫੁੱਲਾਂ ਬਖਸ਼ ਲੈਣੀਆਂ। ਗੱਜ ਕੇ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।